Hello everyone, welcome to the session. ਅੱਜ ਦੀ ਕਲਾਸ 'ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8th ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਬੁੱਕ ਤੇ ਉਹਦੇ ਵਿੱਚੋਂ ਸਿਵਿਕ ਸੈਕਸ਼ਨ ਲਾਸਟ ਚੈਪਟਰ ਹੈਗਾ ਸਿਵਿਕਸ ਦਾ ਵੀ ਤੇ ਬੁੱਕ ਦਾ ਵੀ ਚੈਪਟਰ 26 ਇਫੈਕਟਸ ਆਫ ਸੋਸ਼ਲ ਇਨਇਕੁਆਲਿਟੀਜ਼ ਐਂਡ ਸੋਸ਼ਲ ਜਸਟਿਸ ਬਾਰੇ ਪੜਾਂਗੇ। ਸਮਾਜਿਕ ਅਸਮਾਨਤਾਵਾਂ ਜਿਹੜੀਆਂ ਹੈਗੀਆਂ ਨੇ ਉਹਦੇ ਬਾਰੇ ਪੜਾਂਗੇ ਤੇ ਇਹਦੇ ਇੰਪੋਰਟੈਂਟ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਚੈਪਟਰ ਦੀ ਸਮਰੀ ਦੀ ਵੀਡੀਓ ਆਲਰੇਡੀ ਅਪਲੋਡਡ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਤਾਂ ਚਲੋ ਸ਼ੁਰੂ ਕਰਦੇ ਹਾਂ। ਪਹਿਲਾਂ ਫਿਲ ਇਨ ਦ ਬਲੈਂਕਸ ਦਿੱਤੇ ਹੋਏ ਨੇ। ਪਹਿਲਾ ਹੈਗਾ ਸੋਸ਼ਲ ਪੋਲਿਟੀਕਲ ਐਂਡ ਇਕਨੋਮਿਕ ਜਸਟਿਸ ਇਜ਼ ਪ੍ਰੋਮਿਸਡ ਇਨ, ਕਿਹਦੇ ਵਿੱਚ ਪ੍ਰੋਮਿਸ ਕੀਤਾ ਗਿਆ ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਪ੍ਰੀਐਮਬਲ ਦੇ ਵਿੱਚ। freedom has been given from article dash to dash of the constitution, ਕਿਹੜੇ ਆਰਟੀਕਲ ਤੋਂ ਕਿਹੜੇ ਆਰਟੀਕਲ ਤੱਕ ਫਰੀडम ਦਿੱਤੀ ਗਈ ਹੈ। ਹੁਣੇ ਕਿਹੜੀ ਫਰੀडम ਹੈ? ਫਰੀडम ਆਫ ਰਿਲੀਜਨ ਜੇ ਪੁੱਛਿਆ ਜਾਏ ਤਾਂ ਆਪਾਂ ਕਵਾਂਗੇ 25 to 28 ਤੱਕ ਹੈਗੀ ਆ। अगला देयर आर मोर देन डैश कास्ट इन इंडिया, किन्नियां कास्ट जातियां हैगियां ने इंडिया दे विच जे अज दी गल कीती जाए तां 3000 दे नेड़े तेड़े हैगियां ने। द डैश वर मैसेकर्ड इन दिल्ली इन 1984, किहड़े हादसे दे विच सिखां नूं प्रॉब्लम फेस करनी पई सी, कतलेआम होया सी। मैसेकर दा मतलब कतलेआम होया सी 1984 दे विच सिखां दे नाल। डैश लैंग्वेजेस आर रिकॉग्नाइज्ड बाय द कॉन्स्टिट्यूशन ऑफ इंडिया, किन्नियां लैंग्वेजेस? 22 लैंग्वेजेस। मंडल कमीशन was set up in 1978, मंडल कमीशन ਦੀ ਸਥਾਪਨਾ ਹੋਈ ਸੀ। 7 fill in the blank ਦੇ ਵਿੱਚ ਗੜਬੜ ਹੈ ਤੁਹਾਡੀ ਬੁੱਕ ਦੇ ਵਿੱਚ ਜੋ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਇਹ ਨਹੀਂ ਹੈ ਵੀ ਮੰਡਲ ਕਮਿਸ਼ਨ ਨੇ ਕਿੰਨੀਆਂ ਸ਼ੈਡਿਊਲ ਕਾਸਟ ਤੇ ਕਿੰਨੇ ਸ਼ੈਡਿਊਲ ਟ੍ਰਾਈਬ ਹੈਗੀਆਂ ਉਹ ਆਈਡੈਂਟੀਫਾਈ ਕੀਤੀਆਂ ਸੀ। ਇਹਦੀ ਦਾ ਕੋਈ ਨੰਬਰ ਨਹੀਂ ਹੈ। ਪਰ 2011 ਦੇ ਵਿੱਚ ਜਿਹੜਾ ਸੈਂਸਸ ਹੋਇਆ ਸੀ ਉਹਦੇ ਹਿਸਾਬ ਨਾਲ 15% ਸ਼ੈਡਿਊਲ ਕਾਸਟ ਨੇ ਤੇ 7.5% ਸ਼ੈਡਿਊਲ ਟ੍ਰਾਈਬ ਨੇ ਟੋਟਲ ਪੋਪੂਲੇਸ਼ਨ ਦੇ। ਅੱਗੇ ਅਸੀਂ ਸਹੀ ਜਾਂ ਗਲਤ ਦੱਸਣਾ ਹੈ। ਪਹਿਲਾ ਹੈਗਾ social inequalities do not affect the government, समाजिक असमानतावां सरकार ते कोई असर नहीं पांदियां, बिल्कुल गलत है। 54% of Indian population is illiterate, मतलब 54% जेड़े population है वो illiterate है। बुक दे विच ए नहीं दिता होया, बुक दे विच 25.96% illiterate population दसी गई है, इसे करके गलत है। हिंदी इज द नैशनल लैंग्वेज ऑफ इंडिया, ये मैं जब चैप्टर समझाया सी उदों भी ਤੁਹਾਨੂੰ ਦੱਸਿਆ ਸੀ ਭਾਰਤ ਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ, ਆਫੀਸ਼ੀਅਲ ਲੈਂਗੁਏਜ ਹੈਗੀ ਹੈ ਜਿਹੜੀ ਆਪਾਂ ਯੂਜ਼ ਕਰਦੇ ਹਾਂ ਹਿੰਦੀ ਤੇ ਨਾਲ ਦੀ ਨਾਲ ਇੰਗਲਿਸ਼। ਕਿਉਂਕਿ ਬੁੱਕ ਦੇ ਵਿੱਚ ਦਿੱਤਾ ਹੋਇਆ ਵੀ ਹਿੰਦੀ ਨੈਸ਼ਨਲ ਲੈਂਗੁਏਜ, ਇਸੇ ਕਰਕੇ ਮੈਂ ਸਹੀ ਮਾਰਕ ਕੀਤਾ। ਤੁਸੀਂ ਆਪਣੇ ਟੀਚਰ ਨਾਲ ਡਿਸਕਸ ਕਰ ਸਕਦੇ ਹੋ, ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੈ। Seats are reserved for scheduled caste and scheduled tribe, even today भी ਅੱਜ ਦੀ ਤਰੀਕ ਦੇ ਵਿੱਚ scheduled caste scheduled tribes ਦੇ ਲਈ seats reserve ਕੀਤੀਆਂ ਜਾਂਦੀਆਂ ਨੇ assembly election, ਪੰਚਾਇਤ, municipal corporation ਤੇ state election ਦੇ ਵਿੱਚ। ਜੀ ਹਾਂ। The 73rd and 74th amendment of the constitution govern the local self government in villages and the cities। 73rd ਤੇ 74th ਦਾ ਚੇਂजेस ਕੀਤੀਆਂ ਗਈਆਂ ਜਿਹਨੂੰ ਆਪਾਂ amendment ਕਹਿੰਦੇ ਆ ਸੰਵਿਧਾਨ ਦੇ ਵਿੱਚ, ਉਹ ਇਸ ਕਰਕੇ ਲਿਆਏ ਗਏ ਤਾਂ ਕਿ ਲੋਕਲ ਲੈਵਲ ਤੇ ਗਵਰਨਮੈਂਟ ਸਥਾਪਿਤ ਕੀਤੀ ਜਾ ਸਕੇ। ਜਿਵੇਂ ਪਿੰਡਾਂ ਵਿੱਚ ਪੰਚਾਇਤ ਹੋਗੀ, ਸ਼ਹਿਰਾਂ ਵਿੱਚ ਮਿਊਨਿਸਪਲ ਕਾਰਪੋਰੇਸ਼ਨ, ਮਿਊਨਿਸਪਲ ਕਾਉਂਸਲ, ਮਿਊਨਿਸਪੈਲਿਟੀ, ਡਿਪੈਂਡਿੰਗ ਕਿ ਕਿੰਨੀ ਸੰਖਿਆ ਹੈ ਉੱਥੇ, ਪੋਪੂਲੇਸ਼ਨ ਕਿੰਨੀ ਹੈ, ਤਾਂ ਇਹ ਬਿਲਕੁਲ ਠੀਕ ਹੈ। Reservation has been given to scheduled caste and scheduled tribe in local self government, ਇਹਨਾਂ ਵਿੱਚ ਵੀ ਦਿੱਤੀ ਗਈ ਹੈ ਰਿਜ਼ਰਵੇਸ਼ਨ, ਬਿਲਕੁਲ। Social inequalities are coming to an end in the Indian society, ਇਹ ਸਮਾਜਿਕ ਜਿਹੜੀ ਅਸਮਾਨਤਾਵਾਂ ਨੇ ਉਹ ਸਮਾਜ ਇੰਡੀਅਨ ਸੋਸਾਇਟੀ ਵਿੱਚ ਖਤਮ ਹੋ ਰਹੀਆਂ ਨੇ, ਬਿਲਕੁਲ ਵੀ ਨਹੀਂ। ਅੱਗੇ ਹੈਗੇ ਨੇ ਮਲਟੀਪਲ ਚੋਇਸ ਕੁਐਸਚਨ। Who said caste is the most important party in India? ਕਿਹਨੇ ਕਿਹਾ ਸੀ ਵੀ ਜੇ ਸਭ ਤੋਂ ਇੰਪੋਰਟੈਂਟ ਪੋਲੀਟੀਕਲ ਪਾਰਟੀ ਹੈ ਤਾਂ ਉਹ ਜਾਤੀ ਹੀ ਹੈਗੀ ਹੈ? ਕਿਹਾ ਸੀ ਸ਼੍ਰੀ ਜੈ ਨਾਰਾਇਣ ਪ੍ਰਕਾਸ਼ ਜੀ ਨੇ। Second, which fundamental right has been added to the Constitution of India to ensure social justice ਦੇ ਲਈ, ਸਮਾਜਿਕ ਬਰਾਬਰੀ ਦੇ ਲਈ ਕਿਹੜਾ ਆਰਟੀਕਲ ਐਡ ਕੀਤਾ ਗਿਆ ਸੀ? ਉਹ ਆਰਟੀਕਲ ਨਹੀਂ ਹੈ ਐਕਚੁਅਲੀ, ਇੱਕ ਰਾਈਟ ਟੂ ਇਕੁਐਲਿਟੀ ਦੀ ਜਿਹੜੀ ਗੱਲ ਹੈਗੀ ਆ ਉਹ ਪਹਿਲਾਂ ਤੋਂ ਹੀ ਐਡਡ ਸੀ ਕਨਸਟੀਟਿਊਸ਼ਨ ਦੇ ਵਿੱਚ, ਇਹ ਨਹੀਂ ਵੀ ਅਮੈਂਡਮੈਂਟ ਕਰਕੇ ਐਡ ਕੀਤਾ ਗਿਆ ਸੀ, ਪਹਿਲਾਂ ਤੋਂ ਹੀ ਐਡਡ ਸੀ ਰਾਈਟ ਟੂ ਇਕੁਐਲਿਟੀ। For whom is reservation of seats permissible in government jobs? ਸਰਕਾਰੀ ਨੌਕਰੀਆਂ ਦੇ ਵਿੱਚ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਕਿਹਨਾਂ ਲਈ ਰਿਜ਼ਰਵ ਕੀਤੀਆਂ ਜਾਂਦੀਆਂ ਨੇ? ਸ਼ੈਡਿਊਲਡ ਕਾਸਟ, ਸ਼ੈਡਿਊਲਡ ਟ੍ਰਾਈਬ ਤੇ ਬੈਕਵਰਡ ਕਲਾਸਿਸ ਦੇ ਲਈ। 15 ਵਰਡਸ ਤੋਂ ਜ਼ਿਆਦਾ ਵਿੱਚ ਆਨਸਰ ਨਹੀਂ ਕਰਨਾ, ਹੋਰ ਕੁਐਸਚਨਸ ਨੇ। What do you mean by social inequality? ਸਮਾਜਿਕ ਅਸਮਾਨਤਾਵਾਂ ਤੋਂ ਤੁਹਾਡਾ ਕੀ ਮਤਲਬ ਹੈ? Social differences which affect the democracy of a country are called social inequalities। ਸਮਾਜਿਕ ਲੋਕਤੰਤਰ ਦੇ ਵਿੱਚ ਜਿਹੜੀ ਸਮਾਜਿਕ ਅਸਮਾਨਤਾਵਾਂ ਇੱਕ ਡਿਫਰੈਂਸ ਕ੍ਰੀਏਟ ਕਰਦੀਆਂ ਨੇ, ਲੋਕਤੰਤਰ ਨੂੰ ਚੱਲਣ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ, ਉਹਨਾਂ ਨੂੰ ਸੋਸ਼ਲ ਡਿਫਰੈਂਸਸ ਕਹਿੰਦੇ ਨੇ। ਅਗਲਾ, what do you understand by casteism and untouchability? ਤੁਸੀਂ ਜਾਤੀਵਾਦ ਤੇ ਛੂਤ-ਛਾਤ ਨੂੰ ਕੀ ਸਮਝਦੇ ਹੋ?
social differences on an individual's caste is called casteism। जे caste ਦੇ ਉੱਤੇ ਜਾਤ ਦੇ ਆਧਾਰ ਤੇ difference ਕੀਤਾ ਜਾ ਰਿਹਾ ਉਹਨੂੰ casteism ਕਹਿੰਦੇ ਆ। Untouchability is another social evil which affects the democracy। untouchability ਹੁੰਦੀ ਹੈ ਛੂਤ-ਛਾਤ ਦੀ ਪ੍ਰੋਬਲਮ ਜੋ ਸਮਾਜਿਕ ਬੁਰਾਈ ਹੈ ਜੋ ਲੋਕਤੰਤਰ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵ ਪਾਉਂਦੀ। What is meant by linguism? मतलब भाषावाद की ਹੁੰਦਾ है। Differentiation between individual या individuals on the basis of language। language ਦੇ ਆਧਾਰ ਤੇ ਜਦ ਭੇਦਭਾਵ ਕਰਦੇ ਉਹਨੂੰ linguism ਕਹਿੰਦੇ हैं। What is meant by reservation? reservation ਤੋਂ ਕੀ ਮਤਲਬ ਹੈ? Fixing a number of seats for members of other backward classes। ਤੁਹਾਡੀ ਬੁੱਕ ਦੇ ਵਿੱਚ other ਨਹੀਂ ਲਿਖਿਆ, ਤੁਸੀਂ backward classes ਵੀ ਲਿਖ ਸਕਦੇ ਹੋ। ਇੱਕ ਹੀ ਮਤਲਬ ਹੁੰਦਾ ਹੈ backward classes। scheduled tribes and scheduled castes in Lok Sabha, Rajya Sabha so that they can be adequately represented is called reservation। मतलब ਉਹਨਾਂ ਦੀ ਜਿਹੜੀ population ਹੈਗੀ ਹੈ ਉਹਨਾਂ ਦੀਆਂ ਸੀਟਾਂ ਜਿਹੜੀਆਂ ਨੇ ਨਿਰਧਾਰਿਤ ਕਰਨ ਦੇ ਲਈ ਉਹਨਾਂ ਲਈ reservation ਕੀਤੀ ਜਾਂਦੀ ਹੈ, ਪੱਕਾ ਕੀਤਾ ਜਾਂਦਾ ਹੈ। Has scavenging been discontinued? ਇੱਥੇ ਆ ਸਕਦਾ ਹੈ manual scavenging। ਹੱਥ ਦੇ ਨਾਲ ਨਾ ਪਹਿਲੇ ਸੀਵਰੇਜ ਗਟਰਾਂ ਨੂੰ ਸਾਫ਼ ਕੀਤਾ ਜਾਂਦਾ ਸੀ ਜਿੱਥੇ ਟਾਇਲਟ ਦਾ ਵੇਸਟ ਜਾਂਦਾ ਹੈ, ਉਹ ਹੁਣ ਬੈਨ ਕਰ ਦਿੱਤਾ ਗਿਆ ਵੀ ਕਿਸੇ ਬੰਦੇ ਨੂੰ ਅੰਦਰ ਸਿੱਟਣ ਦੀ ਲੋੜ ਨਹੀਂ ਹੈ, ਗਟਰ ਦੇ ਅੰਦਰ ਮਸ਼ੀਨਾਂ ਨਾਲ ਕੰਮ ਹੁੰਦਾ ਹੈ। ਹਾਊ ਡਸ ਇਲਿਟਰੇਸੀ ਅਫੈਕਟ ਡੈਮੋਕ੍ਰੇਸੀ? ਅਨਪੜ੍ਹਤਾ ਜਿਹੜੀ ਹੈਗੀ ਹੈ ਲੋਕਤੰਤਰ ਤੇ ਕਿਵੇਂ ਪ੍ਰਭਾਵ ਪਾਉਂਦੀ ਹੈ? ਇਲਿਟਰੇਸੀ ਹਿੰਡਰਸ ਦ ਸਕਸੈਸ ਆਫ ਡੈਮੋਕ੍ਰੇਸੀ ਐਜ਼ ਇਟ ਬਲੌਕਸ ਦੀ ਅਪਲਿਫਟਮੈਂਟ ਆਫ ਦ ਸੋਸਾਇਟੀ। ਸਮਾਜ ਦੇ ਵਿੱਚ ਹੀ ਲੋਕ ਜੇ ਅੱਗੇ ਨਹੀਂ ਵਧਣਗੇ ਤਾਂ ਦੇਸ਼ ਅੱਗੇ ਕਿਵੇਂ ਵਧੇਗਾ, ਲੋਕਤੰਤਰ ਕਿਵੇਂ ਚੱਲੇਗਾ? ਅੱਗੇ ਆਨਸਰ ਦ ਕੁਐਸਚਨਸ ਇਨ 50 to 60 ਵਰਡਸ। ਪਹਿਲਾ ਕੁਐਸਚਨ ਹੈਗਾ explain the results of communal inequalities। ਜਿਹੜੀ ਆਪਾਂ ਇਹ ਕਹਿ ਸਕਦੇ ਆ ਇੱਕ ਕਮਿਊਨਿਟੀ ਦੇ ਲੋਕ, ਇੱਕ ਗਰੁੱਪ ਦੇ ਲੋਕ ਦੂਜਿਆਂ ਨੂੰ ਨੀਵਾਂ ਸਮਝਦੇ ਨੇ, ਉਹਦੇ ਬਾਰੇ ਤੁਸੀਂ ਇਹ ਦੱਸਣਾ ਵੀ ਉਹਦੇ ਰਿਜ਼ਲਟ ਕੀ ਹੁੰਦੇ ਨੇ। ਦੇਖੋ ਉਹਦੇ ਕਰਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਰੀਜਨ ਜਾਂ ਆਪਾਂ ਕਹਿ ਸਕਦੇ ਰਿਲੀਜਨ ਦੇ ਬੇਸਿਸ ਤੇ, ਕਾਸਟ ਦੇ ਬੇਸਿਸ ਤੇ ਬਣਦੀਆਂ ਨੇ। A lot of religious organizations ਜਿਹੜੀਆਂ ਨੇ, ਕਿਉਂਕਿ ਇਹ ਕਮਿਊਨਲਿਜ਼ਮ ਹੈ, ਕਮਿਊਨਲਿਜ਼ਮ ਮਤਲਬ ਕਿਸੇ ਇੱਕ ਗਰੁੱਪ ਜੋ ਰਿਲੀਜਨ ਵਾਈਜ਼ ਵੀ ਹੋ ਸਕਦਾ ਹੈ, ਕਾਸਟ ਵਾਈਜ਼ ਵੀ ਹੋ ਸਕਦਾ ਹੈ, ਕਿਤੋਂ origin ਹੈਗਾ ਉਹਦੇ ਆਧਾਰ ਤੇ ਵੀ ਅਲੱਗ ਆਪਣੇ ਆਪ ਨੂੰ ਕਰ ਸਕਦੇ ਨੇ। ਤਾਂ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਸਾਰੀ religious organizations ਜਿਹੜੀਆਂ ਨੇ ਉਹ ਇੱਕ particular ਕਾਸਟ ਦੀ ਪਾਰਟੀ ਨੂੰ ਹੀ ਹੈਲਪ ਕਰਦੀਆਂ ਨੇ ਜੋ ਡੈਮੋਕ੍ਰੇਸੀ ਲਈ ਵਧੀਆ ਨਹੀਂ ਹੈ। ਮੇਜਰ ਕਾਜ਼ਸ ਆਫ ਰਾਈਜ਼ ਆਫ ਵਾਇਲੈਂਟ ਐਪੀਸੋਡਸ, ਮਾਰ ਕੁਟਾਈ, ਰॉयट्स ਵਗੈਰਾ ਹੁੰਦੇ ਨੇ। ਇਹਦੇ ਕਰਕੇ ਜਿਹੜੀ ਕਾਉਂਸਲ ਆਫ ਮਿਨਿਸਟਰਸ ਦੀ ਸਥਾਪਨਾ ਹੁੰਦੀ ਹੈ ਉਹ ਵੀ ਰਿਲੀਜੀਅਸ ਲਾਈਨਸ ਤੇ ਕੀਤੀ ਜਾਂਦੀ ਹੈ ਵੀ ਇਸ ਧਰਮ ਦੇ ਲੋਕਾਂ ਨੂੰ ਆਪਾਂ ਜ਼ਿਆਦਾ ਇੰਪੋਰਟੈਂਸ ਦੇਵਾਂਗੇ। ਤੇ ਕਮਿਊਨਲ ਇਨਇਕੁਐਲਿਟੀ ਜਿਹੜੀ ਹੈਗੀ ਆ ਉਹ ਇਸ ਤੇ ਵੀ ਅਸਰ ਕਰਦੀ ਹੈ ਵੀ ਲੋਕ ਕਿਵੇਂ ਵੋਟ ਕਰਨਗੇ। ਅੱਗੇ ਰਾਈਟ ਅ ਨੋਟ ਔਨ ਸਰਵ ਸਿੱਖਿਆ ਅਭਿਆਨ, ਸ਼ਾਇਦ ਇਹ ਤੁਸੀਂ ਸੁਣਿਆ ਹੋਵੇਗਾ। ਕਿਉਂਕਿ ਪ੍ਰੋਬਲਮ ਸੀਗੀ, ਡਿਊ ਟੂ ਪ੍ਰੋਬਲਮ ਆਪਾਂ ਕਹਿ ਸਕਦੇ ਹਾਂ ਆਫ ਐਜੂਕੇਸ਼ਨ ਔਨ ਪ੍ਰਾਇਮਰੀ ਲੈਵਲ ਤੇ ਪ੍ਰੋਬਲਮ ਸੀਗੀ ਐਜੂਕੇਸ਼ਨ ਦੇ ਵਿੱਚ, ਇਸੇ ਕਰਕੇ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਪ੍ਰੋਗਰਾਮ ਸਰਵ ਸਿੱਖਿਆ ਅਭਿਆਨ, ਜਿਹਦੇ ਵਿੱਚ ਯੂਨੀਵਰਸਲ ਮਤਲਬ ਸਾਰਿਆਂ ਨੂੰ ਬਿਨਾਂ ਭੇਦਭਾਵ ਕੀਤੇ ਕੰਪਲਸਰੀ ਐਲੀਮੈਂਟਰੀ ਛੋਟੀ ਕਲਾਸਿਸ ਦੀ ਐਜੂਕੇਸ਼ਨ ਦਿੱਤੀ ਜਾਏਗੀ। ਸਰਵ ਸਿੱਖਿਆ ਅਭਿਆਨ ਏਮਸ ਐਟ ਰਿਜ਼ੋਲਵਿੰਗ ਮਤਲਬ ਉਹ ਇਲਿਟਰੇਸੀ ਅਨਪੜ੍ਹਤਾ ਨੂੰ ਦੂਰ ਕਰਨ ਦਾ ਉਹਦਾ ਮੇਨ ਉਦੇਸ਼ ਹੈਗਾ ਬਾय ਪ੍ਰੋਵਾਈਡਿੰਗ ਬੇਸਿਕ ਐਜੂਕੇਸ਼ਨ ਐਟ ਫਾਊਂਡੇਸ਼ਨ ਲੈਵਲ, ਗ੍ਰਾਸ ਰੂਟ ਲੈਵਲ ਤੇ ਬਿਲਕੁਲ ਸਕੂਲ ਜਿਵੇਂ ਆਪਾਂ ਐਂਟਰ ਕਰਦੇ ਉਸ ਲੈਵਲ ਤੇ 6 to 14 ਇਅਰਸ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਲਈ ਇਹ ਅਭਿਆਨ ਸਟਾਰਟ ਕੀਤਾ ਗਿਆ ਸੀ। What is marginalized group? Write its types। ਮਾਰਜਨਲਾਈਜ਼ ਮਤਲਬ ਘੱਟ ਸੰਖਿਆ ਦੇ ਵਿੱਚ ਜਿਹੜੇ ਗਰੁੱਪ ਹੈਗੇ ਨੇ ਜਿਨ੍ਹਾਂ ਨੂੰ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ, ਜੋ ਪਿਛੜੇ ਹੋਏ ਨੇ ਉਹਨਾਂ ਨੂੰ ਮਾਰਜਨਲਾਈਜ਼ ਗਰੁੱਪਸ ਕਹਿੰਦੇ ਨੇ। ਤੇ ਆਪਾਂ ਕਹਿ ਸਕਦੇ ਹਾਂ ਸੋਸ਼ਲ ਆਈਸੋਲੇਸ਼ਨ also known as marginalized groups, ਜਿਨ੍ਹਾਂ ਨੂੰ ਸੋਸਾਇਟੀ ਦੇ ਵਿੱਚ ਉਸ ਪੱਧਰ ਤੇ ਨਹੀਂ ਲੈ ਕੇ ਆਇਆ ਗਿਆ ਜਾਂ ਉਹਨਾਂ ਦੀ ਉਨੀ ਤਰੱਕੀ ਨਹੀਂ ਹੋਈ ਸਮਾਜਿਕ ਜਾਂ ਆਰਥਿਕ ਜਿੰਨੀ ਬਾਕੀ ਲੋਕਾਂ ਦੀ ਹੋਈ ਹੈ, ਉਹਨਾਂ ਨੂੰ ਆਪਾਂ ਪਿਛੜੇ ਹੋਏ ਜਾਂ ਮਾਰਜਨਲਾਈਜ਼ਡ ਗਰੁੱਪ ਕਹਿੰਦੇ ਹਾਂ। When happens when particular group of individuals are prohibited from participating in specific aspects of society, ਕਿਉਂਕਿ ਉਹ ਹਿੱਸਾ ਹੀ ਨਹੀਂ ਲੈ ਸਕਦੇ ਸਮਾਜ ਦੇ ਅਲੱਗ-ਅਲੱਗ ਕੰਮਾਂ ਦੇ ਵਿੱਚ ਕਿਉਂਕਿ ਉਹ ਇੰਨੇ ਪਿਛੜੇ ਹੋਏ ਹੁੰਦੇ। ਤੇ ਇਹਨਾਂ ਦੀ ਟਾਈਪਸ ਕਿਹੜੀ ਹੁੰਦੀ ਹੈ ਜਿਹੜੀ ਆਪਾਂ ਕਲਾਸ ਦੇ ਵਿੱਚ ਵੀ ਡਿਸਕਸ ਕੀਤੀ ਸੀ, ਸ਼ੈਡਿਊਲਡ ਕਾਸਟ, ਸ਼ੈਡਿਊਲਡ ਟ੍ਰਾਈਬ ਤੇ ਬੈਕਵਰਡ ਕਲਾਸਿਸ ਵੀ ਆ ਜਾਂਦੇ ਨੇ, ਇਹਦੇ ਵਿੱਚ ਮਾਈਨੋਰਿਟੀਜ਼ ਵੀ ਆ ਜਾਂਦੇ ਨੇ। ਹੋ ਸਕਦਾ ਉਹ ਮਾਈਨੋਰਿਟੀ ਇਸ ਕਰਕੇ ਹੋਣ ਕਿਉਂਕਿ ਉਹਨਾਂ ਦੀ ਲੈਂਗੁਏਜ ਦੇ ਬੰਦੇ ਘੱਟ ਹੋਣ ਜਾਂ ਰਿਲੀਜਨ ਦੇ ਬੰਦੇ ਘੱਟ ਹੋਣ, ਉਹ ਮਾਈਨੋਰਿਟੀ ਹੁੰਦਾ ਹੈ। ਅਗਲਾ ਰਾਈਟ ਦੀ ਇਫੈਕਟਸ ਆਫ ਕਾਸਟਿਜ਼ਮ ਔਨ ਡੈਮੋਕ੍ਰੇਸੀ ਆਫ ਇੰਡੀਆ। ਕਾਸਟਿਜ਼ਮ ਮਤਲਬ ਜਾਤੀਵਾਦ ਦੀ ਜਿਹੜੇ ਸਾਡੇ ਲੋਕਤੰਤਰ ਤੇ ਅਸਰ ਹੈਗਾ ਉਹ ਕੀ ਹੈਗਾ। ਪੋਲੀਟੀਕਲ ਪਾਰਟੀਜ਼ ਕਾਸਟ ਦੇ ਨਾਮ ਤੇ ਬਣਦੀਆਂ ਨੇ ਆਪਾਂ ਕਹਿ ਸਕਦੇ ਹਾਂ, ਵੋਟਿੰਗ ਕਾਸਟ ਦੇ ਨਾਮ ਤੇ ਹੁੰਦੀ ਹੈ, ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ ਕਾਸਟ ਦੇ ਨਾਮ ਤੇ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਨਟਚੇਬਿਲਿਟੀ ਪ੍ਰਚਲਿਤ ਹੈਗੀ ਹੈ, ਇਹਦੇ ਕਰਕੇ ਦੰਗੇ ਹੁੰਦੇ ਨੇ, ਰॉयट्स ਹੁੰਦੇ ਨੇ ਤੇ ਨਵੇਂ-ਨਵੇਂ ਜਿਹੜੀ ਆਰਗੇਨਾਈਜੇਸ਼ਨਸ ਦੇ
ਉਹਨਾਂ ਦਾ ਗਠਨ ਹੁੰਦਾ ਹੈ ਕਾਸਟ ਦੇ ਨਾਮ ਤੇ, ਜੋ ਹੋਰ ਪ੍ਰੋਬਲਮਸ ਤੇ ਵੰਡ ਕ੍ਰੀਏਟ ਕਰਦੀ ਹੈ। What is reservation? Why is it needed? Reservation ਕੀ ਹੁੰਦਾ ਹੈ ਤੇ ਇਹਦੀ ਲੋੜ ਕਿਉਂ ਪੈਂਦੀ ਹੈ? The Indian Constitution includes a reservation clause for those from scheduled caste and tribes who've already continuously endured discrimination at the hands of the society. ਜਿਨ੍ਹਾਂ ਨੂੰ ਪਿਛੜਿਆ ਰੱਖਿਆ ਗਿਆ ਹੈ, ਜਿਨ੍ਹਾਂ ਨੇ ਬਹੁਤ ਸਫਰ ਕੀਤਾ ਹੈ ਸੋਸਾਇਟੀ ਦੇ ਵਿੱਚ, ਉਹਨਾਂ ਲਈ reservation ਕੀਤੀ ਗਈ ਹੈ, ਜਿਨ੍ਹਾਂ ਨੂੰ ਬਹੁਤ ਮਤਲਬ ਉਹ ਬਹੁਤ ਪੀੜਿਤ ਲੋਕ ਨੇ। This was created to help those castes who have long faced social discrimination and exploitation. ਤੇ reservation ਇਸ ਕਰਕੇ ਕੀਤੀ ਸੀ ਕਿਉਂਕਿ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੇ ਤੱਕ ਆਪਾਂ ਇਹ ਕਹਿ ਸਕਦੇ ਹਾਂ ਸਮਾਜਿਕ ਤੌਰ ਤੇ ਬਹੁਤ ਭੇਦਭਾਵ ਕੀਤਾ ਜਾਂਦਾ ਸੀ ਤੇ ਇਹਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਇਹਨਾਂ ਨੂੰ ਉੱਤੇ ਚੱਕਣ ਲਈ ਰਿਜ਼ਰਵੇਸ਼ਨ ਕੀਤੀਆਂ ਗਈਆਂ ਸੀ। According to section 330 and 332, section ਦੀ ਥਾਂ ਤੇ ਤੁਸੀਂ ਆਰਟੀਕਲ ਲਿਖ ਲਓ ਤਾਂ ਜ਼ਿਆਦਾ ਵਧੀਆ ਹੈ, ਆਪਣੇ ਸੰਵਿਧਾਨ ਦੇ ਦੋਨੋਂ ਆਰਟੀਕਲ। A provision has been made to reserve seats in Lok Sabha and Rajya Sabha for scheduled caste, scheduled tribe, other backward class candidates so that they can be adequately represented, ਇਹਨਾਂ ਵਿੱਚ scheduled caste, scheduled tribe ਤੇ backward classes ਦੇ ਲਈ reservation ਕੀਤੀਆਂ ਗਈਆਂ, ਸੀਟਾਂ ਪੱਕੀਆਂ ਕੀਤੀਆਂ ਗਈਆਂ ਵੀ ਤਾਂ ਕਿ ਇਹਨਾਂ ਦੀ ਜਿਹੜੀ representation ਹੈ ਇਹ ਆਪਣੇ ਬੰਦੇ ਚੁਣ ਕੇ ਉੱਥੇ ਭੇਜ ਸਕਣ, ਕਿਉਂਕਿ ਅਕਸਰ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਵੀ ਸਾਡੇ ਬੰਦੇ ਵੀ ਉੱਥੇ ਜਾਣ। ਇਸੇ ਕਰਕੇ ਸੀਟਸ ਰਿਜ਼ਰਵ ਕੀਤੀਆਂ ਜਾਂਦੀਆਂ ਨੇ ਵੀ ਇਸ ਏਰੀਆ ਤੋਂ ਇਹੀ ਬੰਦਾ ਚੁਣਿਆ ਜਾਏਗਾ। ਇੰਨੀਆਂ ਸੀਟਸ ਪੱਕੀਆਂ ਕੀਤੀਆਂ ਗਈਆਂ ਨੇ ਸ਼ੈਡਿਊਲ ਕਾਸਟ ਲਈ, ਇੰਨੀਆਂ ਸ਼ੈਡਿਊਲ ਟ੍ਰਾਈਬ ਦੇ ਲਈ, ਇਹ ਸਾਰਾ ਕੁਝ ਚੱਲਦਾ ਹੈਗਾ। ਉਸ ਤੋਂ ਇਲਾਵਾ initially this provision was made for 10 years, but this tenure was enhanced time to time by passing the constitutional amendments. ਇਹ ਜਿਹੜੀ reservation ਹੈ ਨਾ ਪਹਿਲਾਂ ਸਿਰਫ 10 ਸਾਲਾਂ ਲਈ ਸੀ, ਲੇਕਿਨ ਕਿਉਂਕਿ ਇਹਨਾਂ ਦੀ ਸਥਿਤੀ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ, ਇਸੇ ਲਈ ਟਾਈਮ ਟੂ ਟਾਈਮ 10 ਸਾਲ ਕਰ ਕਰਕੇ ਅੱਗੇ ਹੋਰ ਵਧਾਇਆ ਜਾ ਰਿਹਾ ਟਾਈਮ ਪੀਰੀਅਡ, ਤਾਂ ਕਿ ਇਹਨਾਂ ਨੂੰ ਵੀ ਬਾਕੀ ਸੋਸਾਇਟੀ ਦੇ ਬਰਾਬਰ ਕੀਤਾ ਜਾ ਸਕੇ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਚੈਪਟਰ ਦੀ ਵੀਡੀਓ ਮੈਂ ਦੱਸਿਆ ਆਲਰੇਡੀ ਇਨਕਲੂਡਡ ਹੈ। ਜੇ ਇਹ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।